ਜੇ ਛਾਤੀ ਦੇ ਵਿੱਚ ਕੋਈ ਗੰਢ ਹੈਗੀ ਹੈ ਤੇ ਉਹਨੂੰ ਪੇਸ਼ੈਂਟ ਹਿਲਾਏਗਾ ਤਾਂ ਉਹ ਫ੍ਰੀਲੀ ਮੋਬਾਈਲ ਹੈ ਤਾਂ ਉਹ ਕੈਂਸਰ ਦੀ ਗੰਢ ਨਹੀਂ ਹੁੰਦੀ। ਸਰ ਇੱਕ ਆਮ ਇਨਸਾਨ ਦੀ ਭਾਸ਼ਾ 'ਚ ਲੇਮੈਨ ਦੀ ਭਾਸ਼ਾ 'ਚ ਗੱਲ ਕਰੀਏ ਤਾਂ ਕੈਂਸਰ ਹੈ ਕੀ ਹੈ? ਕੋਈ ਵੀ ਚੀਜ਼ ਜੋ ਵੀ ਸਰੀਰ ਦੀ ਇਮਿਊਨਿਟੀ ਘਟਾਊਗਾ ਉਹੀ ਕੈਂਸਰ ਦਾ ਕਾਰਨ ਹੁੰਦਾ ਹੈ। ਆਮ ਇਨਸਾਨ ਨੂੰ ਪਤਾ ਕਿਸ ਤਰ੍ਹਾਂ ਲੱਗੇ ਕਿ ਉਹਨੂੰ ਕੈਂਸਰ ਜਿਹੜਾ ਹੋ ਚੁੱਕਾ ਹੈ? ਕੋਈ ਮਰੀਜ਼ ਆਉਂਦੇ ਹੈ ਕਿ ਸਾਡੇ ਅਸੀਂ ਬਿਲਕੁਲ ਨਾਰਮਲ ਸੀਗੇ, ਕੁਝ ਦਿਨਾਂ ਦੇ ਅੰਦਰ ਹੀ ਸਾਡੀ ਆਵਾਜ਼ ਭਾਰੀ ਹੋ ਗਈ ਹੈ ਤਾਂ ਉਹ ਵੀ ਇਹ ਕੈਂਸਰ ਦਾ ਲੱਛਣ ਹੈ। ਹੁਣ ਡਾਕਟਰ ਕਈ ਵਾਰ ਕਹਿੰਦੇ ਕਿ ਤੁਸੀਂ ਇਸ ਪਾਰਟਿਕੂਲਰ ਸਟੇਜ ਤੇ ਆਏ ਹੋ ਤੇ ਹੁਣ ਕੈਂਸਰ ਦਾ ਇਲਾਜ ਹੋ ਨਹੀਂ ਸਕਦਾ ਜਾਂ ਜਲਦੀ ਪਹਿਲੀ ਸਟੇਜ ਤੇ ਆ ਜਾਂਦੇ। ਇਹ ਸਟੇजेस ਹੈ ਕੀ? ਜਿਹੜੇ ਕੈਂਸਰ ਦੇ ਪੇਸ਼ੈਂਟ ਹੈ ਉਹਨਾਂ ਦੇ ਵਿੱਚ ਕੋਵਿਡ ਦਾ ਰਿਸਕ ਜ਼ਿਆਦਾ ਹੈ ਜੀ, ਸਪੈਸ਼ਲੀ ਜੋ ਬਲੱਡ ਕੈਂਸਰ ਦੇ ਪੇਸ਼ੈਂਟਸ ਹੈ। ਕੈਂਸਰ ਦੀ ਟ੍ਰੀਟਮੈਂਟ ਦੇ ਲਈ ਵੀ ਕੋਈ ਵੈਕਸੀਨੇਸ਼ਨ ਅਵੇਲੇਬਲ ਹੈ? ਸਿਰਫ ਇੱਕ ਹੀ ਕੈਂਸਰ ਹੈ ਜਿਹਨੂੰ ਬੱਚੇਦਾਨੀ ਦਾ ਕੈਂਸਰ ਕਹਿੰਦੇ ਆ ਫੀਮੇਲਸ, ਜੋ ਕਿ ਇੰਡੀਆ ਦੇ ਵਿੱਚ ਮੋਸਟ ਕਾਮਨ ਕੈਂਸਰ ਹੈ ਆਫਟਰ ਬ੍ਰੈਸਟ ਕੈਂਸਰ। ਬ੍ਰੈਸਟ ਕੈਂਸਰ, ਇਹਦੇ ਕੀ ਸਿੰਪਟਮਸ ਨੇ ਤੇ ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ? ਤਾਂ ਪਹਿਲੀ, ਦੂਜੀ ਤੇ ਤੀਜੀ ਸਟੇਜ ਦੇ ਵਿੱਚ ਆਪਾਂ ਨੂੰ ਆਪਰੇਸ਼ਨ ਵੀ ਕਰਨਾ ਪੈਂਦਾ ਹੈ, ਕੀਮੋਥੈਰੇਪੀ ਵੀ ਦੇਣੀ ਪੈਂਦੀ ਹੈ ਤੇ ਰੇਡੀਓਥੈਰੇਪੀ ਵੀ ਦੇਣੀ ਪੈਂਦੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਸਮਰ ਨਿਊਜ਼ ਤੇ ਮੈਂ ਹਾਂ ਤਮੰਨਾ ਬੇਦੀ। ਸਾਡੇ ਪ੍ਰੋਗਰਾਮ ਸਿਹਤ ਸਲਾਹ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਹੈਲਥ ਰਿਲੇਟਿਡ ਟੌਪਿਕਸ ਦੇ ਉੱਤੇ ਤੇ ਮਾਹਰ ਡਾਕਟਰਾਂ ਦੀ ਓਪੀਨੀਅਨ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਕਿਉਂਕਿ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਤੁਸੀਂ ਸਿਹਤ ਦੇ ਪ੍ਰਤੀ ਜਾਗਰੂਕ ਰਹੋ ਤੇ ਇੱਕ ਤੰਦਰੁਸਤ ਖੁਸ਼ਹਾਲ ਜ਼ਿੰਦਗੀ ਬਤੀਤ ਕਰੋ। ਸੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕੈਂਸਰ ਦੇ ਬਾਰੇ ਵਿੱਚ, ਕਿਉਂਕਿ ਕੈਂਸਰ ਇੱਕ ਬੇहद ਘਾਤਕ ਬਿਮਾਰੀ ਹੈ ਤੇ ਦਿਨ ਪ੍ਰਤੀ ਦਿਨ ਇਸ ਦੇ ਕੇਸਿਸ ਵੀ ਜਿਹੜੇ ਨੇ ਲਗਾਤਾਰ ਵੱਧ ਰਹੇ ਨੇ। ਸੋ ਕੈਂਸਰ ਹੈ ਕੀ ਹੈ, ਕੀ ਇਸ ਦੇ ਟ੍ਰੀਟਮੈਂਟਸ ਨੇ, ਇਸ ਦੇ ਬਾਰੇ ਜਾਣਕਾਰੀ ਲਵਾਂਗੇ। ਡਾਕਟਰ ਮਨਜਿੰਦਰ ਸਿੱਧੂ ਇਜ਼ ਅ ਵੈਲ ਨੋਨ ਰੇਡੀਏਸ਼ਨ oncologist from American Oncology Institute in collaboration with DMC Hospital ਲੁਧਿਆਣਾ। ਸਰ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਦ ਸਮਰ ਨਿਊਜ਼ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜਿੰਨਾ ਕਿ ਤੁਸੀਂ ਇਨੀਸ਼ੀਏਟਿਵ ਲਿੱਤਾ ਕਿ ਕੈਂਸਰ ਦੀ ਅਵੇਅਰਨੈਸ ਆਪਾਂ ਪਬਲਿਕ 'ਚ ਕਿੱਦਾਂ ਪਹੁੰਚਾਈਏ। ਜੀ ਸਰ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਕੈਂਸਰ ਇੱਕ ਆਮ ਇਨਸਾਨ ਦੀ ਭਾਸ਼ਾ 'ਚ ਲੇਮੈਨ ਦੀ ਭਾਸ਼ਾ 'ਚ ਗੱਲ ਕਰੀਏ ਤਾਂ ਕੈਂਸਰ ਹੈ ਕੀ ਹੈ ਔਰ ਇਸ ਦੇ ਕਾਰਨ ਕੀ ਨੇ? ਦੇਖੋ, ਜਦੋਂ ਸਰੀਰ ਦੀ ਇਮਿਊਨਿਟੀ ਘਟਦੀ ਹੈ ਤਾਂ ਸਰੀਰ ਦੇ ਜੋ ਨਾਰਮਲ ਸੈੱਲਸ ਹੁੰਦੇ ਹੈ ਉਹ ਐਬਨੋਰਮਲ ਤਰੀਕੇ ਨਾਲ ਉੱਗਣ ਲੱਗ ਜਾਂਦੇ ਆ। ਇਸ ਨੂੰ ਅਸੀਂ ਕੈਂਸਰ ਕਹਿੰਦੇ ਹਾਂ। ਤੇ ਕੋਈ ਵੀ ਚੀਜ਼ ਜੋ ਕਿ ਸਰੀਰ ਦੀ ਇਮਿਊਨਿਟੀ ਘਟਾਊਗਾ ਉਹੀ ਕੈਂਸਰ ਦਾ ਕਾਰਨ ਹੁੰਦਾ ਹੈ। ਜਿਵੇਂ ਕਿ ਇਹ ਦੇਖਿਆ ਗਿਆ ਹੈ, ਜਿਵੇਂ ਜਿਵੇਂ ਉਮਰ ਵੱਧਦੀ ਹੈ ਤਾਂ ਕੈਂਸਰ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ। ਤੇ ਹੋਰ ਜੋ ਕੈਂਸਰ ਦੇ ਮੇਨ ਮੁੱਖ ਕਾਰਨ ਹੈ ਇਹਨਾਂ ਦੇ ਵਿੱਚੋਂ ਤੰਬਾਕੂ ਦਾ ਸੇਵਨ ਕਰਨਾ ਸਭ ਤੋਂ ਮੁੱਖ ਕਾਰਨ ਹੈ। ਫਿਰ ਮੋਟਾਪਾ ਹੋਣਾ, बैलेंस डाइट ना खाना, डायबिटीज़ होना, कोमोर्बिडिटी बाकी नाल जिवें कि शुगर दे नाल ट्यूबरकुलोसिस होना या होर कोमोर्बिडिटी होना, तो यही सब मेन कैंसर के कारण हैं। सर, तुसीं कारणों बारे दस्सिया ते मैं भी पूछना चाहूँगी कि आम इंसान नूं पता किस तरह लगे कि उन्होंने कैंसर जिहड़ा हो चुका है, लक्षण की ने, सिम्पटम की ने, ताकि वो जाके इसकी अगे जांच करवा सके? देखो, ये तुसीं बहुत अच्छा सवाल ਪੁੱਛਿਆ ਹੈ। ਮੈਂ ਇਸ ਸਵਾਲ ਦੇ ਵਾਸਤੇ ਇਸ ਦਾ ਜਵਾਬ ਦੇਣ ਲਈ 2 ਤੋਂ 3 ਮਿੰਟ ਲੈਣਾ ਚਾਹੁੰਦਾ ਹਾਂ ਕਿ ਦੇਖੋ, ਮੇਨ ਕੈਂਸਰ ਦੇ ਲੱਛਣ ਜੋ ਮਰੀਜ਼ ਸਾਡੇ ਕੋਲ ਆਉਂਦੇ ਹੈ ਉਹ ਇਸ ਤਰੀਕੇ ਨਾਲ ਆਉਂਦੇ ਹੈ। ਕੋਈ ਮਰੀਜ਼ ਕਹਿੰਦਾ ਹੈ ਕਿ ਸਾਡੇ ਮੂੰਹ 'ਚ ਛਾਲਾ ਹੋ ਗਿਆ ਜੋ 6 ਹਫ਼ਤਿਆਂ ਦੇ ਇਲਾਜ ਦੇ ਬਾਵਜੂਦ ਵੀ ਠੀਕ ਨਹੀਂ ਹੋ ਰਿਹਾ। ਤਾਂ ਜੇ ਕਿਸੇ ਮਰੀਜ਼ ਨੂੰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਤਾਂ ਉਸ ਦਾ ਡਾਕਟਰੀ ਜਾਂਚ ਕਰਾਉਣਾ ਬਹੁਤ ਜ਼ਰੂਰੀ ਹੈ। ਫਿਰ ਕੋਈ ਮਰੀਜ਼ ਆਉਂਦੇ ਹੈ ਕਿ ਸਾਡੇ ਅਸੀਂ ਬਿਲਕੁਲ ਨਾਰਮਲ ਸੀਗੇ, ਕੁਝ ਦਿਨਾਂ ਦੇ ਅੰਦਰ ਹੀ ਸਾਡੀ ਆਵਾਜ਼ ਭਾਰੀ ਹੋ ਗਈ ਹੈ ਤਾਂ ਉਹ ਵੀ ਇਹ ਕੈਂਸਰ ਦਾ ਲੱਛਣ ਹੈ। ਕਈ ਮਰੀਜ਼ ਆ ਕੇ ਕਹਿੰਦੇ ਆ ਕਿ ਜਦੋਂ ਅਸੀਂ ਕੁਝ ਵੀ ਲੈਂਦੇ ਹਾਂ ਤਾਂ ਸਾਡੇ ਬੁਰਕੀ ਲੱਗਦੀ ਹੈ, ਉਹਨਾਂ ਨੂੰ ਪਾਣੀ ਨਾਲ ਟਪਾਉਣੀ ਪੈਂਦੀ ਹੈ, ਤਾਂ ਉਹ ਵੀ ਇੱਕ ਕੈਂਸਰ ਦਾ ਲੱਛਣ ਹੈ। ਭਾਰ ਘਟਣਾ, ਕਈ ਪੇਸ਼ੈਂਟਸ ਇਹੋ ਜਿਹੇ ਹੁੰਦੇ ਆ ਕਿ ਜੋ ਕਹਿੰਦੇ ਆ ਕਿ 10 ਕਿਲੋ ਤੋਂ ਜ਼ਿਆਦਾ ਭਾਰ ਸਾਡਾ 1 ਮਹੀਨੇ 'ਚ ਘਟ ਗਿਆ ਬਿਨਾਂ ਕਿਸੇ ਕਾਰਨ ਤੋਂ, ਤਾਂ ਉਹ ਵੀ ਇੱਕ ਕੈਂਸਰ ਦਾ ਲੱਛਣ ਹੈ। ਨਾਲ ਹੀ ਕਹਿੰਦੇ ਕਿ ਸਾਨੂੰ ਬਿਲਕੁਲ ਭੁੱਖ ਨਹੀਂ ਲੱਗਦੀ। ਫਿਰ ਜੋ ਪੇਟ ਦੀ ਆਂਤੜੀਆਂ ਦਾ ਕੈਂਸਰ ਦਾ ਲੱਛਣ ਹੁੰਦੇ, ਮਰੀਜ਼ ਸਾਨੂੰ ਇੱਦਾਂ ਆ ਕੇ ਕਹਿੰਦੇ ਆ ਕਿ ਡਾਕਟਰ ਸਾਹਿਬ ਇਹ ਮਹੀਨਾ ਸਾਨੂੰ ਕੌਨਸਟੀਪੇਸ਼ਨ, ਕਬਜ਼ ਰਹਿੰਦੀ ਹੈ, ਤੇ ਉਸ ਤੋਂ ਬਾਅਦ ਮਹੀਨਾ ਸਾਨੂੰ ਲੂਜ਼ ਸਟੂਲ, ਟੱਟੀਆਂ ਲੱਗੀਆਂ ਰਹਿੰਦੀਆਂ ਜਾਂ ਇਸ ਦਾ ਉਲਟ ਹੋਣਾ, ਇਹਨੂੰ ਕਹਿੰਦੇ ਆ ਐਲਟਰਡ ਬਾਵਲ ਹੈਬਿਟਸ, ਤਾਂ ਵੀ ਇਹ ਕੈਂਸਰ ਦਾ ਕਾਰਨ ਹੈ। ਕਿ ਜੇ ਮਰੀਜ਼ ਇਹ ਵੀ ਕਹਿੰਦੇ ਆ ਵੀ ਲਗਾਤਾਰ ਸਾਨੂੰ ਖੰਘ ਹੋ ਰਹੀ ਹੈ, ਖੰਘ ਦੇ ਵਿੱਚ ਖੂਨ ਆ ਰਿਹਾ, ਜੇ ਖੰਘ ਦੇ ਵਿੱਚ ਖੂਨ ਆ ਰਿਹਾ ਹੈ ਤੇ ਵੇਟ ਘਟ ਰਿਹਾ, ਭੁੱਖ ਨਹੀਂ ਲੱਗ ਰਹੀ, ਤਾਂ ਵੀ ਇਹ ਕੈਂਸਰ ਦਾ ਕਾਰਨ ਹੈ। ਜਾਂ ਫਿਰ ਲੈਟਰਿਨ 'ਚ ਖੂਨ ਆਉਣਾ, ਤੇ ਇਹ ਮੇਨ ਜਿਹੜੇ ਕੈਂਸਰ ਦੇ
ਮੁੱਖ ਜਿਹੜੇ ਹੈ ਸਿੰਪਟਮਸ ਹੁੰਦੇ ਹੈ ਜਿਹਦੇ ਨਾਲ ਕਿ ਪੇਸ਼ੈਂਟ ਸਾਡੇ ਪ੍ਰੈਜ਼ੈਂਟ ਕਰਦਾ ਹੈ। ਸਰ ਪੇਸ਼ੈਂਟਸ ਨੂੰ ਡਾਕਟਰ ਕਈ ਵਾਰ ਕਹਿੰਦੇ ਕਿ ਤੁਸੀਂ ਇਸ ਪਾਰਟਿਕੂਲਰ ਸਟੇਜ ਤੇ ਆਏ ਹੋ ਤੇ ਹੁਣ ਕੈਂਸਰ ਦਾ ਇਲਾਜ ਹੋ ਨਹੀਂ ਸਕਦਾ ਜਾਂ ਜਲਦੀ ਪਹਿਲੀ ਸਟੇਜ ਤੇ ਆ ਜਾਂਦੇ। ਇਹ ਸਟੇजेस ਹੈ ਕੀ ਨੇ, ਕਿਸ ਤਰ੍ਹਾਂ ਸਟੇजेस ਨੂੰ ਡਿਫਾਈਨ ਕੀਤਾ ਜਾਂਦਾ ਹੈ? ਦੇਖੋ ਮੇਨ ਤਾਂ ਮੁੱਖ ਕੈਂਸਰ ਦੀਆਂ 4 ਸਟੇਜਾਂ ਹੁੰਦੀਆਂ, ਪਰ ਮੈਂ ਕਹਿਣਾ ਚਾਹੁੰਦਾ ਹੈ ਕਿ ਅੱਜ ਦੀ ਡੇਟ 'ਚ ਕੈਂਸਰ ਦੀਆਂ ਮੁੱਖ ਆਪਾਂ 5 ਸਟੇਜਾਂ ਮੰਨੀਏ, ਕਿਉਂਕਿ ਸਭ ਤੋਂ ਪਹਿਲੀ ਸਟੇਜ ਹੁੰਦੀ ਹੈ 0 ਸਟੇਜ। ਇਹ ਬੜੀ ਇੰਪੋਰਟੈਂਟ ਸਟੇਜ ਹੁੰਦੀ ਹੈ। 0 ਸਟੇਜ ਉਹ ਹੁੰਦੀ ਹੈ ਜਿਹਦੇ ਵਿੱਚ ਕਿ ਅਸੀਂ ਕੈਂਸਰ ਸਭ ਤੋਂ ਅਰਲੀ ਡਿਟੈਕਟ ਕਰ ਲੈਂਦੇ ਹਾਂ, ਤੇ ਜਦੋਂ ਅਸੀਂ 0 ਸਟੇਜ 'ਚ ਕੈਂਸਰ ਨੂੰ ਡਿਟੈਕਟ ਕਰ ਲਈਏ ਤਾਂ ਉਹ ਆਲਮੋਸਟ 100% ਕਿਉਰੇਬਲ ਹੁੰਦਾ ਹੈ। ਫਿਰ ਆਉਂਦੀ ਹੈ ਪਹਿਲੀ ਤੇ ਦੂਜੀ ਸਟੇਜ। ਇਹ ਸਟੇਜ ਉਹ ਹੁੰਦੀ ਹੈ ਕਿ ਜਿੱਥੋਂ ਕੈਂਸਰ ਉੱਗਿਆ ਹੈ ਤਾਂ ਉਸੇ ਅੰਗ 'ਚ ਰਹਿੰਦਾ ਹੈ। ਜਿੱਦਾਂ ਕਿ ਆਪਾਂ ਮੰਨੀਏ ਕਿ ਛਾਤੀ ਦਾ ਕੈਂਸਰ ਹੈ ਤਾਂ ਛਾਤੀ ਦੇ ਵਿੱਚ ਹੀ ਰਹੇਗਾ, ਉਹਨੂੰ ਅਸੀਂ ਕਹਿੰਦੇ ਹਾਂ ਪਹਿਲੀ ਤੇ ਦੂਜੀ ਸਟੇਜ। ਤੀਜੀ ਸਟੇਜ 'ਚ ਜਿੱਥੋਂ ਕੈਂਸਰ ਉੱਗਿਆ ਹੈ ਉਹ ਛੱਡ ਕੇ ਅਗਲੇ ਸਟੇਸ਼ਨ ਤੇ ਚਲਾ ਜਾਂਦਾ ਹੈ, ਜਿਹਨੂੰ ਕਹਿੰਦੇ ਆ ਕਿ ਬਈ ਆਪਾਂ ਕਹਿ ਦਈਏ ਵੀ ਛਾਤੀ ਦਾ ਕੈਂਸਰ ਉੱਗ ਕੇ ਕੱਛਾਂ ਵਾਲੀਆਂ ਗੰਢਾਂ 'ਚ ਚਲਾ ਜਾਏ ਤਾਂ ਉਹਨੂੰ ਆਪਾਂ ਕਹਿੰਦੇ ਤੀਜੀ ਸਟੇਜ। ਤੇ ਚੌਥੀ ਸਟੇਜ ਉਹ ਹੁੰਦੀ ਹੈ ਜਦੋਂ ਗੱਡੀ ਆਪਦਾ ਸਟੇਸ਼ਨ ਛੱਡ ਦਿੰਦੀ ਹੈ, ਕਹਿਣ ਦਾ ਮਤਲਬ ਕਿ ਇੱਥੋਂ ਕੈਂਸਰ ਉੱਗਿਆ ਤੇ ਪੂਰੇ ਸਰੀਰ 'ਚ ਫੈਲ ਗਿਆ, ਉਹਨੂੰ ਕਹਿੰਦੇ ਚੌਥੀ ਸਟੇਜ। ਠੀਕ ਹੈ ਸਰ, ਤੁਸੀਂ ਇਹ ਸਟੇजेस ਬਾਰੇ ਦੱਸਿਆ ਕਿ ਅਗਰ ਪਤਾ ਲੱਗ ਜਾਏ ਪਹਿਲਾਂ ਤਾਂ ਜਲਦੀ ਹੋ ਸਕਦਾ ਹੈ ਕਿ ਜਿਵੇਂ ਤੁਸੀਂ ਦੱਸਿਆ 0 ਸਟੇਜ ਬਹੁਤ ਇੰਪੋਰਟੈਂਟ ਹੁੰਦੀ ਹੈ। ਪੇਸ਼ੈਂਟ ਨੂੰ ਪਤਾ ਕਿਸ ਤਰ੍ਹਾਂ ਲੱਗੇ, ਇਹਦੇ ਕੀ ਡਿਟੈਕਟ ਕਰਨ ਦੇ ਤਰੀਕੇ ਨੇ? ਦੇਖੋ ਇਹ ਵੀ ਬਹੁਤ ਇੰਪੋਰਟੈਂਟ ਤੇ ਬਹੁਤ ਅਵੇਅਰਨੈਸ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪਬਲਿਕ 'ਚ ਅਵੇਅਰਨੈਸ ਫੈਲਾਉਣੀ ਬਹੁਤ ਜ਼ਰੂਰੀ ਹੈ ਕਿ ਕੈਂਸਰ ਤੋਂ ਆਪਾਂ ਡਰਨਾ ਨਹੀਂਗਾ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 0 ਸਟੇਜ ਹੁੰਦੀ ਹੈ, ਤਾਂ 0 ਸਟੇਜ ਇੱਕ ਇਹੋ ਜਿਹੀ ਸਟੇਜ ਹੁੰਦੀ ਹੈ ਜੋ ਕਿ ਅੱਜ ਦੀ ਡੇਟ ਹਸਪੀਟਲਸ 'ਚ 0 ਸਟੇਜ ਤੇ ਕੈਂਸਰ ਨੂੰ ਫੜਨ ਵਾਸਤੇ ਆਪਣੇ ਕੋਲ ਕਾਫੀ ਸਾਰੇ ਟੈਸਟ ਹੁੰਦੇ ਆ। ਫੋਰ ਐਗਜ਼ਾਮਪਲ ਜਿਵੇਂ ਕਿ ਆਪਾਂ ਮੰਨੀਏ ਕਿ ਜੋ ਲੇਡੀਜ਼ ਹੈ ਉਹਦੇ ਵਿੱਚ ਬ੍ਰੈਸਟ ਦਾ ਕੈਂਸਰ ਤੇ ਬੱਚੇਦਾਨੀ ਦਾ ਕੈਂਸਰ 2 ਮੋਸਟ ਕਾਮਨ ਕੈਂਸਰ ਹੁੰਦੇ ਆ, ਜੋ ਕਿ ਆਪਾਂ ਕਹਿ ਦਈਏ 10 ਦੇ ਵਿੱਚੋਂ 6 ਜਾਂ 7 ਲੇਡੀਜ਼ ਨੂੰ ਦੋਨੇ ਕੈਂਸਰ ਪਾਏ ਜਾਂਦੇ। ਤੇ ਇਹੀ ਦੋਨੇ ਕਿਸਮ ਦੇ ਕੈਂਸਰ ਆਪਾਂ 0 ਸਟੇਜ 'ਚ ਇੱਕ ਮੈਮੋਗ੍ਰਾਫੀ ਟੈਸਟ ਹੁੰਦਾ ਜੋ ਕਿ 35 ਸਾਲ ਦੀ ਉਮਰ 'ਚ ਹਰ ਲੇਡੀ ਨੂੰ ਕਰਾਉਣਾ ਬੜਾ ਜ਼ਰੂਰੀ ਹੈ। ਪਰ ਜੇ ਉਹਨਾਂ ਦੀ ਫੈਮਿਲੀ 'ਚ ਕੋਈ ਕੈਂਸਰ ਹੈ ਫਸਟ ਡਿਗਰੀ ਰਿਲੇਟਿਵ ਨੂੰ, ਜਿਵੇਂ ਕਿ ਉਹਨਾਂ ਦੀ ਮਦਰ ਨੂੰ ਜਾਂ ਉਹਨਾਂ ਦੇ ਸਿਸਟਰ ਨੂੰ ਕੈਂਸਰ ਹੈ, ਤਾਂ ਉਹਨਾਂ ਦੇ 30 ਸਾਲ ਦੀ ਉਮਰ ਤੋਂ ਬਾਅਦ ਇਹ ਰੈਗੂਲਰ ਟੈਸਟ ਕਰਾਉਣਗੇ ਤਾਂ 0 ਸਟੇਜ 'ਚ ਕੈਂਸਰ ਫੜਿਆ ਜਾ ਸਕਦਾ। ਤੇ ਫਿਰ ਇੱਕ ਬੱਚੇਦਾਨੀ ਦਾ ਕੈਂਸਰ ਫੜਨ ਲਈ ਸਿੰਪਲ ਜਿਹਾ ਟੈਸਟ 500 ਰੁਪਈਆ ਦਾ ਹੁੰਦਾ ਪੈਪ ਸਮੀਅਰ, ਤੇ ਇਹ ਵੀ ਸਾਲ 'ਚ ਜਾਂ 2 ਸਾਲ 'ਚ ਇੱਕ ਵਾਰੀ ਕਰਾ ਲਓ। ਤੇ ਇਹ ਦੋਨੇ ਟੈਸਟ ਜੇ ਆਪਾਂ ਕਰਾਵਾਂਗੇ ਤਾਂ ਆਪਾਂ 0 ਸਟੇਜ 'ਚ ਕੈਂਸਰ ਨੂੰ ਫੜ ਸਕਦੇ ਹਾਂ। ਸਰ ਤੁਸੀਂ ਸਿੰਪਟਮਸ ਬਾਰੇ ਦੱਸਿਆ, ਇਸ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੂੰਗੀ ਕਿ ਕੈਂਸਰ ਬਹੁਤ ਜ਼ਿਆਦਾ ਵਾਈਡ ਸਪਰੈਡ ਹੋ ਰਿਹਾ, ਦੈਟ ਇਜ਼ ਬ੍ਰੈਸਟ ਕੈਂਸਰ। ਇਹਦੇ ਕੀ ਸਿੰਪਟਮਸ ਨੇ ਤੇ ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ? ਦੇਖੋ ਬ੍ਰੈਸਟ ਕੈਂਸਰ ਅੱਜ ਦੀ ਡੇਟ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਮੋਸਟ ਕਾਮਨ ਕੈਂਸਰ ਫੀਮੇਲਸ 'ਚ ਡਿਟੈਕਟ ਹੋ ਰਿਹਾ। ਤੇ ਯੂਜੂਲੀ ਜੋ ਲੇਡੀਜ਼ ਸਾਡੇ ਕੋਲ ਜੋ ਪ੍ਰੈਜ਼ੈਂਟ ਕਰਦੀਆਂ ਉਹ ਇੱਕ ਗੰਢ ਦੇ ਨਾਲ ਪ੍ਰੈਜ਼ੈਂਟ ਕਰਦੀਆਂ। ਹੁਣ ਛਾਤੀ ਦੀ ਗੰਢ ਦੇ ਕੈਂਸਰ ਦੇ ਮੇਨ ਲੱਛਣ ਇਹ ਹੁੰਦਾ ਹੈ ਕਿ ਫੀਮੇਲ ਆ ਕੇ ਕਹਿੰਦੀ ਹੈ ਕਿ ਜਦੋਂ ਅਸੀਂ ਉਸ ਗੰਢ ਨੂੰ ਹਿਲਾਉਣਾ ਚਾਹੁੰਦੇ ਹਾਂ ਹਿਲਦੀ ਨਹੀਂ। ਜੇ ਛਾਤੀ ਦੇ ਵਿੱਚ ਕੋਈ ਗੰਢ ਹੈਗੀ ਹੈ ਤੇ ਉਹਨੂੰ ਪੇਸ਼ੈਂਟ ਹਿਲਾਏਗਾ ਤਾਂ ਉਹ ਫ੍ਰੀਲੀ ਮੋਬਾਈਲ ਹੈ ਤਾਂ ਉਹ ਕੈਂਸਰ ਦੀ ਗੰਢ ਨਹੀਂ ਹੁੰਦੀ। ਕੈਂਸਰ ਦੀ ਗੰਢ ਹਿਲਾਉਣ 'ਤੇ ਹਿੱਲੇਗੀ ਨਹੀਂ, ਉਹਦੇ ਵਿੱਚ ਕੋਈ ਦਰਦ ਨਹੀਂ ਹੋਏਗਾ ਤੇ ਉਹ ਹੌਲੀ ਹੌਲੀ ਟਾਈਮ ਲੈ ਕੇ ਵਧੇਗੀ। ਤੇ ਜਦੋਂ ਪੇਸ਼ੈਂਟ ਉਸ ਗੰਢ ਨੂੰ ਹਿਲਾਉਣਾ ਚਾਹੇਗਾ ਤਾਂ ਉਸ ਦੇ ਨਾਲ ਉਹਦੇ ਉੱਤੇ ਵਾਲੀ ਚਮੜੀ ਵੀ ਨਾਲ ਹਿਲਦੀ ਹੈ। ਤਾਂ ਇਟ ਇਜ਼ ਅ ਬੇਸਿਕਲੀ ਫਿਕਸਡ ਗੰਢ ਜਿਹਨੂੰ ਕਹਿੰਦੇ, ਇਟ ਇਜ਼ ਨਾਟ ਅ ਮੋਬਾਈਲ ਗੰਢ। ਫਿਰ ਕੁਝ ਲੇਡੀ ਸਾਡੇ ਕੋਲ ਆਉਂਦੀਆਂ ਹੈ ਕਿ ਬਈ ਉਹਨਾਂ ਦਾ ਨਿੱਪਲ ਯੂਜੂਲੀ ਪ੍ਰੋਜੈਕਟਡ ਸੀਗਾ ਪਰ ਕੁਝ ਸਮੇਂ ਤੋਂ ਦੇਖ ਰਹੀਆਂ ਉਹ ਰੀਟਰੈਕਟ ਹੋ ਗਿਆ। ਰੀਟਰੈਕਟ ਮਤਲਬ ਅੰਦਰ ਨੂੰ ਚਲਾ ਜਾਣਾ, ਤਾਂ ਉਹ ਵੀ ਇੱਕ ਛਾਤੀ ਦੇ ਕੈਂਸਰ ਦਾ ਲੱਛਣ ਹੁੰਦਾ ਹੈ। ਫਿਰ ਕੁਝ ਲੇਡੀਜ਼ ਆ ਕੇ ਕਹਿੰਦੀਆਂ ਕਿ ਸਾਡੇ ਨਿੱਪਲ ਦੇ ਵਿੱਚੋਂ ਬਲੈਕ ਕਲਰ ਦਾ ਜਾਂ ਲਾਲ ਰੰਗ ਦਾ ਡਿਸਚਾਰਜ ਹੁੰਦਾ ਹੈ, ਤਾਂ ਬਲੈਕਿਸ਼ ਡਿਸਚਾਰਜ ਹੋਣਾ ਵੀ ਇੱਕ ਕੈਂਸਰ ਦਾ ਲੱਛਣ ਹੈਗਾ। ਤਾਂ ਮੁੱਖ ਇਹ 3 ਮੇਨ ਲੱਛਣ ਹੁੰਦੇ ਆ ਜਿਹਦੇ ਨਾਲ ਲੇਡੀ ਸਾਡੇ ਕੋਲ ਪ੍ਰੈਜ਼ੈਂਟ ਕਰਦੀਆਂ। ਸਰ ਅੱਜ ਦੇ ਟਾਈਮ ਵਿੱਚ ਕੋਵਿਡ ਕੇਸਿਸ ਜਿਹੜੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ, ਓਬੈਸਿਟੀ ਦੀ ਗੱਲ ਕਰੀਏ ਤਾਂ ਉਹ ਪੇਸ਼ੈਂਟਸ ਨੂੰ ਵੀ ਇੱਕ ਤਰ੍ਹਾਂ ਤੋਂ ਇਹ ਸ਼ੱਕ ਰਹਿੰਦਾ ਕਿ ਉਹਨਾਂ ਨੂੰ ਕੋਵਿਡ ਦਾ ਕੋਈ ਖਤਰਾ ਤਾਂ ਨਹੀਂ ਹੈ। ਡਾਇਬਟਿਕ ਪੇਸ਼ੈਂਟਸ ਨੂੰ ਵੀ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਕਿ ਕੋਵਿਡ ਦਾ ਖਤਰਾ ਰਹਿੰਦਾ ਹੈ। ਤੇ ਕੀ ਆਪਾਂ ਗੱਲ ਕਰੀਏ ਜਿਨ੍ਹਾਂ ਨੂੰ ਕੈਂਸਰ ਹੈ, ਕਿ ਕੈਂਸਰ ਔਰ ਕੋਵਿਡ ਦਾ ਕੁਝ ਲੈਣ ਦੇਣ ਹੈ, ਰਿਲੇਸ਼ਨ ਹੈ? ਦੇਖੋ ਕੈਂਸਰ ਤੇ ਕੋਵਿਡ ਦਾ ਰਿਲੇਸ਼ਨ ਇਹ ਹੈ ਕਿ ਇਹ ਦੋਨੇ ਬਿਮਾਰੀਆਂ ਉਦੋਂ ਹੁੰਦੀਆਂ ਜਦੋਂ ਸਰੀਰ ਦੀ ਇਮਿਊਨਿਟੀ ਘਟਦੀ ਹੈ। ਡੈਫੀਨੇਟਲੀ ਜਿਹੜੇ ਕੈਂਸਰ ਦੇ ਪੇਸ਼ੈਂਟ ਹੈ ਉਹਨਾਂ ਦੇ ਵਿੱਚ ਕੋਵਿਡ ਦਾ ਰਿਸਕ ਜ਼ਿਆਦਾ ਹੈ ਜੀ, ਸਪੈਸ਼ਲੀ ਜੋ ਬਲੱਡ ਕੈਂਸਰ ਦੇ ਪੇਸ਼ੈਂਟਸ ਹੈ
ਜਿਵੇਂ ਕਿ ਅਸੀਂ ਲਿਊਕੀਮੀਆ ਜਿਹਨੂੰ ਕਹਿ ਦਿੰਦੇ ਆ ਜਾਂ ਮਾਈਲੋਮਾ ਕਹਿੰਦੇ ਨੇ, ਉਹਨਾਂ ਵਿੱਚ ਕੋਵਿਡ ਹੋਣ ਦਾ ਰਿਸਕ ਜ਼ਿਆਦਾ ਹੈ। ਤੇ ਜੋ ਪੇਸ਼ੈਂਟਸ ਐਕਟਿਵ ਕੀਮੋਥੈਰੇਪੀ ਦੇ ਉੱਤੇ ਚੱਲ ਰਹੇ ਆ, ਕੀਮੋਥੈਰੇਪੀ ਦੇ ਸਾਈਕਲਸ ਚੱਲ ਰਹੇ ਆ, ਉਹਨਾਂ ਦੇ ਵਿੱਚ ਇਹ ਕੋਵਿਡ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਇਸ ਵਾਸਤੇ ਬੜਾ ਜ਼ਰੂਰੀ ਹੈ ਕਿ ਵੀ ਆਪਾਂ ਕੋਵਿਡ ਵੈਕਸੀਨ ਕੈਂਸਰ ਦੇ ਪੇਸ਼ੈਂਟ ਨੂੰ ਦੇਣੀ ਹੈ ਕਿ ਨਹੀਂ ਦੇਣੀ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਾਰੇ ਕੈਂਸਰ ਪੇਸ਼ੈਂਟਸ ਨੂੰ ਕੋਵਿਡ ਵੈਕਸੀਨੇਸ਼ਨ ਕਰਨੀ ਚਾਹੀਦੀ ਹੈ, ਕਿਉਂਕਿ ਕੋਵਿਡ ਦਾ ਰਿਸਕ ਆਲਰੇਡੀ ਜ਼ਿਆਦਾ ਉਹਨਾਂ ਉੱਤੇ, ਤੇ ਵੈਕਸੀਨ ਦੇ ਕੇ ਆਪਾਂ ਇਹ ਰਿਸਕ ਘਟਾ ਸਕਦੇ ਹਾਂ। ਸਰ ਆਪਾਂ ਵੈਕਸੀਨੇਸ਼ਨ ਦੀ ਜਿਵੇਂ ਗੱਲ ਕਰ ਰਹੇ ਹਾਂ, ਕੋਵਿਡ ਦੀ ਵੀ ਵੈਕਸੀਨੇਸ਼ਨ ਆਈ ਹੈ, ਇੱਕ ਤਰ੍ਹਾਂ ਤੋਂ ਇਮਿਊਨਿਟੀ ਵਧਾਉਣ ਦੇ ਲਈ ਹੈ। ਪਾਰਟਿਕੂਲਰ ਆਪਾਂ ਕੋਵਿਡ ਦੀ ਵੈਕਸੀਨ ਨਹੀਂ ਕਹਿ ਸਕਦੇ, ਇਮਿਊਨਿਟੀ ਇਨਕਰੀਜ਼ ਕਰਨ ਲਈ ਹੈ। ਤੇ ਕੀ ਕੈਂਸਰ ਦੀ ਟ੍ਰੀਟਮੈਂਟ ਦੇ ਲਈ ਵੀ ਕੋਈ ਵੈਕਸੀਨੇਸ਼ਨ ਅਵੇਲੇਬਲ ਹੈ? ਹਾਂ ਦੇਖੋ, ਇਹ ਵੀ ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ ਹੈ, ਜੋ ਕਿ ਮੈਂ ਪਬਲਿਕ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਅੱਜ ਦੀ ਡੇਟ 'ਚ ਸਿਰਫ ਇੱਕ ਹੀ ਕੈਂਸਰ ਹੈ ਜਿਹਨੂੰ ਬੱਚੇਦਾਨੀ ਦਾ ਕੈਂਸਰ ਕਹਿੰਦੇ ਆ ਫੀਮੇਲਸ, ਜੋ ਕਿ ਇੰਡੀਆ ਦੇ ਵਿੱਚ ਮੋਸਟ ਕਾਮਨ ਕੈਂਸਰ ਹੈ ਆਫਟਰ ਬ੍ਰੈਸਟ ਕੈਂਸਰ। ਇਹਦੇ ਬਚਣ ਲਈ ਆਪਣੇ ਕੋਲ ਇੱਕ ਵੈਕਸੀਨ ਹੈਗੀ ਹੈ, ਜੋ ਕਿ ਹਰ ਬੱਚੇ ਨੂੰ 11 ਸਾਲ ਦੀ ਉਮਰ ਤੋਂ ਬਾਅਦ, ਜਿਹੜੇ ਫੀਮੇਲ ਚਾਈਲਡ ਹੁੰਦਾ ਹੈ 11 ਸਾਲ ਦੀ ਉਮਰ ਤੋਂ ਬਾਅਦ ਲਾਉਣੀ ਪੈਂਦੀ ਹੈ। ਇਹਨਾਂ ਦੀਆਂ 3 ਡੋਜ਼ਸ ਲੱਗਦੀਆਂ ਹੈ, ਤੇ ਪੰਜਾਬ ਸਰਕਾਰ ਨੇ ਵੀ ਇਹ ਪਿਛਲੇ 10 ਸਾਲ ਤੋਂ ਮੁਹਿੰਮ ਸ਼ੁਰੂ ਕੀਤੀ ਹੈ ਕਿ ਹਰ ਸਕੂਲਾਂ 'ਚ ਇਹ ਵੈਕਸੀਨ ਫ੍ਰੀ ਲਾਈ ਜਾਵੇ। ਤੇ ਇਹ ਵੈਕਸੀਨ ਲੱਗਣ ਦੇ ਕਾਰਨ ਹੋ ਸਕਦਾ ਅੱਜ ਤੋਂ 10-15 ਸਾਲ ਦੇ ਬਾਅਦ ਸਾਨੂੰ ਕੋਈ ਬੱਚੇਦਾਨੀ ਦਾ ਕੈਂਸਰ ਦੇਖਣ ਨੂੰ ਨਾ ਮਿਲੇ। ਸਰ ਇੱਕ ਇੰਪੋਰਟੈਂਟ ਕੁਐਸਚਨ ਪੁੱਛਣਾ ਚਾਹੂੰਗੀ, ਜਿਸ ਤਰ੍ਹਾਂ ਕਿ ਔਨਕੋਲੋਜੀ ਦੇ ਵਿੱਚ ਕੁਝ ਫੀਲਡਸ ਹੁੰਦੀਆਂ ਨੇ, ਉਸ ਦੇ ਅਕੋਰਡਿੰਗ ਕਿਸ ਤਰ੍ਹਾਂ ਸਟੇजेस ਦੇ ਅਕੋਰਡਿੰਗ ਕੀ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ, ਜਾਂ ਆਪਾਂ ਪੇਸ਼ੈਂਟ ਦੇ ਅਕੋਰਡਿੰਗ ਕੀਤਾ ਜਾਂਦਾ, ਉਸ ਦੇ ਬਾਰੇ ਵੀ ਥੋੜੀ ਕਲੈਰਿਟੀ ਦਿਓ ਸਾਡੇ ਵਿਊਅਰਸ ਨੂੰ। ਹਾਂਜੀ, ਬੇਸਿਕਲੀ ਦੇਖੋ, ਔਨਕੋਲੋਜੀ ਕੈਂਸਰ ਟ੍ਰੀਟਮੈਂਟ ਦੇ ਵਿੱਚ 3 ਮੁੱਖ ਚੀਜ਼ਾਂ ਹੁੰਦੀਆਂ। ਪਹਿਲਾ ਹੁੰਦਾ ਹੈ ਆਪਰੇਸ਼ਨ ਕਰਨਾ, ਦੂਜਾ ਹੁੰਦਾ ਹੈ ਕੀਮੋਥੈਰੇਪੀ ਦੇਣਾ, ਤੇ ਤੀਜਾ ਹੁੰਦਾ ਹੈ ਰੇਡੀਓਥੈਰੇਪੀ ਦੇਣਾ। ਇਹ ਤਿੰਨ ਮੇਨ ਬ੍ਰਾਂਚਸ ਹੁੰਦੀਆਂ ਕੈਂਸਰ ਦੇ ਵਿੱਚ, ਜਿਹੜੀ ਕਿ ਪਹਿਲੀ ਤੇ ਦੂਜੀ ਸਟੇਜ ਹੁੰਦੀ ਹੈ ਤੇ ਕੁਝ ਤੀਜੀਆਂ ਸਟੇਜਾਂ। ਉਹਨਾਂ ਦੇ ਵਿੱਚ ਸਭ ਤੋਂ ਮੁੱਖ ਇਲਾਜ ਹੁੰਦਾ ਹੈ ਕਿ ਕੈਂਸਰ ਜਿੱਥੋਂ ਉੱਗਿਆ ਹੈ ਉਹਨੂੰ ਆਪਰੇਸ਼ਨ ਕਰਕੇ ਉਸ ਕੈਂਸਰ ਨੂੰ ਦੂਰ ਕੀਤਾ ਜਾਵੇ। ਉਸ ਤੋਂ ਬਾਅਦ ਕੀਮੋਥੈਰੇਪੀ ਦੇ ਕੇ ਇਹ ਕੈਂਸਰ ਨੂੰ ਪੂਰੇ ਸਰੀਰ ਚੋਂ ਕੱਢ ਦਿੱਤਾ ਜਾਵੇ। ਤੇ ਉਸ ਤੋਂ ਬਾਅਦ ਫਿਰ ਅਸੀਂ ਰੇਡੀਓਥੈਰੇਪੀ ਦਿੰਦੇ ਹਾਂ ਉਸ ਥਾਂ ਤੇ ਜਿੱਥੋਂ ਕੈਂਸਰ ਉੱਗਿਆ ਸੀ, ਜਿਹਨੂੰ ਕੋਈ ਕਹਿੰਦੇ ਆ ਕੈਂਸਰ ਦੀ ਜੜ ਖਤਮ ਕਰਨ ਵਾਸਤੇ ਰੇਡੀਓਥੈਰੇਪੀ ਦੀ ਜ਼ਰੂਰਤ ਹੁੰਦੀ ਹੈ। ਤਾਂ ਪਹਿਲੀ, ਦੂਜੀ ਤੇ ਤੀਜੀ ਸਟੇਜ ਦੇ ਵਿੱਚ ਆਪਾਂ ਨੂੰ ਆਪਰੇਸ਼ਨ ਵੀ ਕਰਨਾ ਪੈਂਦਾ ਹੈ, ਕੀਮੋਥੈਰੇਪੀ ਵੀ ਦੇਣੀ ਪੈਂਦੀ ਹੈ ਤੇ ਰੇਡੀਓਥੈਰੇਪੀ ਵੀ ਦੇਣੀ ਪੈਂਦੀ ਹੈ। ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਪੇਸ਼ੈਂਟ ਜਿੰਨੀ ਜਲਦੀ ਸਾਡੇ ਕੋਲ ਆਏਗਾ ਉਨੀ ਜਲਦੀ ਠੀਕ ਹੋ ਕੇ ਜਾਏਗਾ ਤੇ ਉਹਦੀ ਬਚਣ ਦੀ ਸੰਭਾਵਨਾ ਉਨੀ ਵੱਧਦੀ ਹੈ। ਸਰ ਇਸ ਵੈਲਿਊਏਬਲ ਇਨਫੋਰਮੇਸ਼ਨ ਤੋਂ ਇਲਾਵਾ ਮੈਂ ਚਾਹੂੰਗੀ ਤੁਸੀਂ ਸਾਡੇ ਵਿਊਅਰਸ ਨੂੰ ਸਿਹਤ ਸਲਾਹ ਕੀ ਦੇਣਾ ਚਾਹੋਗੇ ਤਾਂ ਕਿ ਕੈਂਸਰ ਵਰਗੀ ਇਸ ਭਿਆਨਕ ਬਿਮਾਰੀ ਤੋਂ ਖੁਦ ਨੂੰ ਬਚਾਇਆ ਵੀ ਜਾ ਸਕੇ, ਤੇ ਜੇਕਰ ਹੋ ਗਿਆ ਤੇ ਤਾਂ ਉਹ ਕੀ ਪ੍ਰੀਕਾਸ਼ਨਸ ਲੈਣ? ਦੇਖੋ, ਮੇਰੀ ਸਲਾਹ ਸਾਰੀ ਪਬਲਿਕ ਨੂੰ ਇਹੀ ਹੈ ਕਿ ਜਿਨ੍ਹਾਂ ਨੂੰ ਕੈਂਸਰ ਨਹੀਂ ਹੋਇਆ ਤੇ ਜਿਨ੍ਹਾਂ ਨੂੰ ਕੈਂਸਰ ਹੋ ਗਿਆ, ਉਹ ਚੀਜ਼ਾਂ ਆਪਾਂ ਪ੍ਰੀਵੈਂਟ ਕਰੀਏ ਜਿਸ ਦੇ ਕਾਰਨ ਕੈਂਸਰ ਹੋ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਸੇ ਨੋ ਟੂ ਸਮੋਕਿੰਗ। ਕੋਈ ਵੀ ਤੰਬਾਕੂ ਦਾ ਸੇਵਨ ਕਰਨਾ ਬਿਲਕੁਲ ਗਲਤ ਹੈ, ਬਿਲਕੁਲ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹੀ ਇੱਕ ਮੁੱਖ ਕਾਰਨ ਹੈ ਕੈਂਸਰ ਹੋਣ ਦਾ। ਆਪਣਾ ਡਾਈਟ, ਹੈਲਦੀ ਡਾਈਟ ਮੇਨਟੇਨ ਰੱਖਣ ਤੇ ਆਪਣਾ ਬੋਡੀ weight ਮੇਨਟੇਨ ਰੱਖਣ, ਤੇ ਰੈਗੂਲਰ 30 to 45 ਮਿੰਟ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਦੇਖਿਆ ਗਿਆ ਹੈ ਕਿ ਜਿਹੜੇ ਲੋਕ 30 to 45 ਐਕਸਰਸਾਈਜ਼ ਕਰਦੇ ਆ ਉਸ ਦੇ ਵਿੱਚ 10 ਗੁਣਾ ਕੈਂਸਰ ਹੋਣ ਦੀ ਸ਼ਮਤਾ ਘਟ ਜਾਂਦੀ ਹੈ। ਸੋ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਸੋ ਜਿੱਦਾਂ ਕਿ ਤੁਸੀਂ ਸੁਣਿਆ, ਡਾਕਟਰ ਸਰ ਨੇ ਇਹੀ ਕਿਹਾ ਹੈ ਕਿ ਆਪਣਾ ਜੋ ਲਾਈਫ ਸਟਾਈਲ ਹੈ ਉਸ ਨੂੰ ਐਕਟਿਵ ਰੱਖੋ, ਹੈਲਦੀ ਰੱਖੋ ਤੇ ਸਮੋਕਿੰਗ ਨੂੰ ਕੁਇਟ ਕਰ ਦਿਓ। ਤੇ ਇਹ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਣ ਦੇ ਲਈ ਬਹੁਤ ਜ਼ਰੂਰੀ ਹੈ ਆਪਣੀ ਡਾਈਟ ਵਗੈਰਾ ਸਹੀ ਰੱਖੋ ਤੇ ਆਪਣੀ ਜੋ ਦਿਨਚਰਿਆ ਉਸ ਨੂੰ ਕਾਫੀ ਹੈਲਦੀ ਰੱਖਣ ਦੀ ਬੇहद ਜ਼ਰੂਰਤ ਹੈ। ਅਗਲੀ ਵਾਰ ਫਿਰ ਤੋਂ ਮਿਲਾਂਗੇ ਕੁਝ ਹੋਰ ਨਿਊ ਅਪਡੇਟਸ ਦੇ ਨਾਲ। ਫਿਲਹਾਲ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।